ਵਾਹਿਗੁਰੂ ਸਾਹਿਬ ਜੀ। ਦਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ, ਤੁਮ ਧਨ ਧਨੀ ਉਦਾਰ ਤਿਆਗੀ। ਸਰਵਨਨ ਸੁਨਿਯਤ ਸੋ ਜਸ ਤੁਮਾਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਪਾਰ ਕਿਰਪਾ ਕਰਕੇ ਅੱਜ ਸਾਨੂੰ ਸੁਭਾਗ ਸਮਾਂ ਬਖਸ਼ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਆਪਾਂ ਵਾਹਿਗੁਰੂ ਦੇ ਪਿਆਰ ਦੇ ਧਾਰਨੀ ਹੋ ਸਕੀਏ, ਵਾਹਿਗੁਰੂ ਦੇ ਪਿਆਰ ਨੂੰ ਪ੍ਰਾਪਤ ਕਰ ਲਈਏ। ਅੱਜ ਵਿਚਾਰ ਕਰਾਂਗੇ ਭਗਤ ਸ਼ੇਖ ਫਰੀਦ ਸਾਹਿਬ ਜੀ, ਜੋ ਰੱਬ ਨੂੰ ਪਿਆਰ ਦੇ ਕੇ ਪਿਆਰ ਦੀ ਦਾਤ ਮੰਗਦੇ ਨੇ, ਉਸ ਦੇ ਗੂੜੇ ਰੰਗ ਦੀ ਗੱਲ ਕਰਦੇ ਨੇ, ਉਸ ਦਾ ਦੀਦਾਰ ਮੰਗਦੇ ਨੇ। ਉਸ ਪਰਵਤਗਾਰ ਵਾਹਿਗੁਰੂ ਪਾਲਣਹਾਰ ਨੂੰ ਕੁਝ ਬੇਨਤੀਆਂ ਕਰ ਰਹੇ ਨੇ ਪਿਆਰ ਸਹਿਤ। ਚਾਰ 488 ਅੰਕਤ ਗੁਰੂ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਸੋਹਣਾ ਤੇ ਸੁੰਦਰ ਸ਼ਬਦ ਭਗਤ ਫਰੀਦ ਜੀ ਦਾ ਹੈ, ਜਿਹਦੀ ਆਪਾਂ ਅੱਜ ਵਿਚਾਰ ਕਰਾਂਗੇ। 12ਵੀਂ ਸਦੀ ਦਾ ਇੱਕ ਸੂਫੀ ਫਕੀਰ, ਜਿਸ ਨੂੰ ਅਸੀਂ ਬਾਬਾ ਫਰੀਦ, ਭਗਤ ਫਰੀਦ ਜੀ ਕਹਿ ਕੇ ਪੁਕਾਰਦੇ ਹਾਂ। ਇਹ 12ਵੀਂ ਸਦੀ ਦੇ ਮਹਾਨ ਭਗਤ ਸੂਫੀ ਫਕੀਰ ਹੋਏ ਹੈ, ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। 4 ਸ਼ਬਦ ਤੇ 117 ਸ਼ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ। ਬੜੀ ਵੈਰਾਗਮਈ ਬਾਣੀ, ਬੜੇ ਪਿਆਰ ਵਾਲੀ ਬਾਣੀ, ਬੜੀ ਸਰਲ ਭਾਸ਼ਾ ਦੇ ਵਿੱਚ ਬਾਣੀ ਹੈ, ਜਿਸ ਬਾਣੀ ਨੂੰ ਹਰ ਇੱਕ ਪ੍ਰਾਣੀ ਪੜ੍ਹ ਕੇ ਮਾਣ ਮਹਿਸੂਸ ਕਰਦਾ ਹੈ, ਖੁਸ਼ੀ ਮਹਿਸੂਸ ਕਰਦਾ ਹੈ। ਬੜਾ ਸਰਲ ਗਿਆਨ ਹੈ। ਭਗਤ ਜੀ ਦੀ ਪਾਵਨ ਰਸਨਾ ਤੋਂ ਉੱਠਿਆ ਉਸ ਰੱਬ ਦੇ ਨਾਲ ਜੁੜ ਕੇ ਸਾਨੂੰ ਜੁੜਨ ਦਾ ਤਰੀਕਾ ਭਗਤ ਜੀ ਨੇ ਦੱਸਿਆ। ਇਹ ਤਰਸ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਾਡੇ ਜੀਵਾਂ ਦੇ ਉੱਤੇ, ਜੋ ਕਿ ਐਸੇ ਮਹਾਨ ਭਗਤਾਂ ਨੂੰ ਆਪਣੇ ਹਿਰਦੇ ਰੂਪੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥਾਂ ਦਿੱਤਾ ਹੈ। ਉਪਦੇਸ਼ ਹੈ, ਅਸੀਂ ਧਾਰੀਏ, ਸਾਡਾ ਜੀਵਨ ਸੌਰ ਸਕਦਾ ਹੈ। ਐਸੇ ਰੱਬ ਦੇ ਸੰਤ ਭਗਤ ਗੁਰਸਿੱਖ ਜਿਹੜੇ ਹੈ, ਉਹਨਾਂ ਦੇ ਬੋਲ ਸਾਨੂੰ ਸੁਣਨ ਨੂੰ ਚੰਗੇ ਲੱਗਣ, ਉਹਨਾਂ ਦਾ ਜੀਵਨ ਅਸੀਂ ਪੜ੍ਹੀਏ, ਸੁਣੀਏ, ਵਿਚਾਰੀਏ। ਅੱਜ ਵੀ ਹੈਗੇ ਨੇ, ਉਸ ਸਮੇਂ ਵੀ ਸਨ। ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਹਰ ਯੁੱਗ ਵਿੱਚ ਰੱਬ ਦੀ ਭਗਤੀ ਕਰਨ ਵਾਲੇ ਰੱਬ ਨੇ ਪੈਦਾ ਕੀਤੇ ਹੈ। ਗੁਰੂ ਕਿਰਪਾ ਕਰੇ ਸਾਡੀ ਕੀਤੀ ਵਿਚਾਰ, ਸਾਡਾ ਕੀਤਾ ਹੋਇਆ ਗੁਰੂ ਦਰ ਤੇ ਤਰਲਾ ਗੁਰੂ ਪ੍ਰਵਾਨ ਲਵੇ। ਰਹਿਮਤ ਰੱਬ ਦੀ ਸਾਡੇ ਖਾਲੀ ਹਿਰਦੇ ਵਿੱਚ ਪੈ ਜਾਵੇ। ਅਸੀਂ ਮੰਗ ਲਈਏ ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਮੰਗਣਾ ਆ ਜਾਵੇ ਤੇ ਮੰਗ ਲਈਏ ਤਾਂ ਦਰਸ਼ਨ ਕੀ ਕਰੋ ਸਮਾਏ।
मैं दर मांगत भिखिया पाए। मैं मंगा रब तो रब दा दीदार, रब दा प्यार, रब दियां रहमतां, रब कोलों बरकतां मंगा। ਜਿਹੜਾ ਸਦੀਆਂ ਤੋਂ ਸਾਡਾ ਜੀਵਨ ਰੂਪੀ ਭਾਂਡਾ ਵਿਕਾਰਾਂ ਨਾਲ ਗਟਾਗਟ ਭਰਿਆ ਹੋਇਆ ਹੈ, ਇਹ ਕਿਤੇ ਇਸ ਭਾਂਡੇ ਦੇ ਵਿੱਚ ਰੱਬ ਦੀ ਬੰਦਗੀ, ਖੁਦਾ ਦੀ ਬੰਦਗੀ, ਵਾਹਿਗੁਰੂ ਦਾ ਸਿਮਰਨ, ਬਾਣੀ ਦਾ ਅਭਿਆਸ ਪੈ ਜਾਵੇ। ਪਰ ਸਾਨੂੰ ਸੋਚ ਸੁਥਰੀ ਚੰਗੀ ਬਣਾਉਣੀ ਪਵੇਗੀ। ਇਸ ਭਾਂਡੇ ਨੂੰ ਖਾਲੀ ਕਰਨਾ ਪਵੇਗਾ। ਇਸ ਭਾਂਡੇ ਦੇ ਵਿੱਚ ਉਹ ਨਾਮ ਦਾ ਖਜ਼ਾਨਾ ਤਾਂ ਟਿਕੇਗਾ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਹੁੰਦੇ ਭਾਂਡੇ ਕਿਛ ਨਾ ਸਮਾਵੈ, ਸਿੱਧੇ ਅੰਮ੍ਰਿਤ ਪਰੈ ਨਿਹਾਰ। ਸਾਨੂੰ ਸਾਹਿਬ ਦੇ ਦਰ ਦੇ ਉੱਤੇ ਮੰਗਣ ਦਾ ਤਰੀਕਾ ਸੋਚਣਾ ਪਵੇਗਾ। ਜਿਵੇਂ ਅਸੀਂ ਸੰਸਾਰੀ ਲੋਕਾਂ ਕੋਲ ਜਾਂਦੇ ਹਾਂ ਕੁਛ ਮਤਲਬ ਲੈਣ ਨੂੰ, ਪਹਿਲਾਂ ਵਿਚਾਰ ਕਰਦਾ ਹੈ ਮਨੁੱਖ ਕਿ ਮੈਂ ਕਿਸ ਤਰ੍ਹਾਂ ਢੰਗ ਵਰਤਣਾ ਹੈ, ਕਿਸ ਤਰ੍ਹਾਂ ਬੋਲਣਾ, ਫਿਰ ਆਪਣੀ ਡਿਮਾਂਡ ਰੱਖਦੇ ਆ। ਰੱਬ ਦੇ ਦਰ ਤੋਂ ਵੀ ਮੰਗਣ ਵਾਸਤੇ ਸਾਫ਼ ਸੁਥਰੀ ਸੋਚ, ਵਿਚਾਰ, ਮਨ, ਹਿਰਦਾ ਸਾਫ਼ ਕਰਨਾ ਪਵੇਗਾ। ਜਗਿਆਸਾ ਸਭਨਾਂ ਦੇ ਅੰਦਰ ਹੈ। ਕੁਛ ਮੰਗ ਲੈਂਦੇ ਹੈ, ਕੁਛ ਜਗਿਆਸਾ ਅਧੂਰੀ ਰਹਿ ਜਾਂਦੀ, ਉਹਨਾਂ ਨੂੰ ਮੰਗਣ ਦਾ ਪਤਾ ਹੀ ਨਹੀਂ ਲੱਗਦਾ। ਸੋਚਿਆ ਕੁਛ ਹੋਰ ਸੀ ਤੇ ਜਾ ਕੇ ਬੋਲ ਹੋਰ ਦਿੱਤਾ। ਇਸੇ ਤਰ੍ਹਾਂ ਰੱਬ ਤੋਂ ਵੀ ਸਾਫ਼ ਸੁਥਰੀ ਨੀਅਤ ਨਾਲ ਮੰਗਿਆ ਜਾ ਸਕਦਾ ਹੈ। ਰੱਬ ਦਾ ਪਿਆਰ ਪਾਉਣ ਵਾਸਤੇ ਭਾਂਡਾ ਵਿਕਾਰਾਂ ਵਾਲਾ ਖਾਲੀ ਕਰਨਾ ਪਵੇਗਾ। ਸਿੱਧਾ ਕਰਕੇ ਹੱਥ ਵਿੱਚ ਫੜਨਾ ਪਵੇਗਾ। ਉਹ ਭਾਂਡਾ, ਉਹ ਹਿਰਦਾ ਹੈ, ਉਹ ਸਾਡੀ ਸੋਚ ਨਾਲ ਫੜਿਆ ਜਾ ਸਕਦਾ ਹੈ। ਸਾਡੀ ਜਗਿਆਸਾ ਦੇ ਵਿੱਚੋਂ ਨਿਕਲਿਆ ਹੋਇਆ ਪਿਆਰ, ਮੁੱਖੋਂ ਬੋਲ ਪਿਆਰੇ, ਜਿਹੜਾ ਕਿ ਕਿਸੇ ਨੂੰ ਦੁੱਖ ਨਾ ਦੇਣ। ਬਾਬਾ ਫਰੀਦ ਜੀ ਦੇ ਹੀ ਪਾਵਨ ਬਚਨ ਨੇ ਨਾ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪਿਰੀਆਂ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਸਾਰਿਆਂ ਦੇ ਮਨ ਮੋਤੀਆਂ ਵਰਗੇ ਹੀ ਸੱਟ ਨਾ ਮਾਰੀ। ਜੇ ਪਿਆਰੇ ਨੂੰ ਮਿਲਣ ਦੀ ਤਾਂਗ ਹੈ ਤੇ ਕਿਸੇ ਦਾ ਮਨ ਨਾ ਦਿਖਾਵੇ। ਬਾਬਾ ਫਰੀਦ ਜੀ ਪਾਵਨ ਬਚਨ ਕਰ ਰਹੇ ਨੇ। ਇਹਨਾਂ ਬਚਨਾਂ ਨੂੰ ਸੁਣਨ ਵਾਸਤੇ ਭਾਈ ਮੁਖਤਿਆਰ ਸਿੰਘ ਜੀ ਮਸਕਟ ਵਾਲਿਆਂ ਨੇ ਹੁਕਮ ਕੀਤਾ ਸੀ, ਇਸ ਸ਼ਬਦ ਦੇ, ਇਸ ਪੌੜੀ ਦੇ ਸਾਨੂੰ ਵਿਚਾਰ ਸੁਣਾਓ। ਸਤਿਗੁਰੂ ਨੇ ਕਿਰਪਾ ਕੀਤੀ ਹੈ ਆਪਣੇ ਪਿਆਰੇ ਗੁਰਸਿੱਖ ਤੇ, ਜਿਨ੍ਹਾਂ ਦੇ ਅੰਦਰ ਕੋਈ ਜਗਿਆਸਾ ਸੀ, ਸੁਣਨਾ ਚਾਹੁੰਦੇ ਨੇ। ਆਪ ਵੀ ਗੁਰੂ ਕੀ ਸੰਗਤ ਦਾ ਆਨੰਦ ਮਾਣ ਰਹੇ ਹੋ। ਗੁਰੂ ਦੁਆਰਾ ਜੋ ਬਚਨ ਕੀਤੇ ਗਏ ਨੇ, ਭਗਤਾਂ ਦੁਆਰਾ ਜੋ ਬਚਨ ਕੀਤੇ ਗਏ ਨੇ, ਉਹ ਸਤਿਗੁਰੂ ਜੀ ਨੇ ਬਾਣੀ ਮੁਖਾਬਤ ਹੋ ਕੇ, ਬਾਣੀ ਗੁਰੂ, ਗੁਰੂ ਹੈ ਬਾਣੀ ਦਾ ਰੂਪ ਦੇ ਦਿੱਤਾ ਹੈ। ਆਓ ਸਰਵਣ ਕਰੀਏ। ਸਤਿਗੁਰੂ ਆਪ ਕਿਰਪਾ ਕਰਕੇ ਵਿਚਾਰ ਕਰਵਾ ਲੈਣ। ਸੁੰਦਰ ਬਾਣੀ, ਪਿਆਰੀ ਬਾਣੀ, ਸਤਿਕਾਰ ਵਾਲੀ ਬਾਣੀ ਹੈ। ਜੀਵਾ ਏਕ ਕਬਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਏ। ਪੂਰਨਤਾ ਤਾਂ ਕੋਈ ਵੀ ਨਹੀਂ ਦੇ ਸਕਿਆ, ਨਾ ਦੇ ਸਕਦਾ ਹੈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਆਸਾ ਸੇਖ ਫਰੀਦ ਜੀਓ ਕੀ ਬਾਣੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਦੀ ਪਾਰ ਕਿਰਪਾ ਹੋਈ ਹੈ। ਭਗਤ ਜੀ ਦੀ ਬਾਣੀ ਆਸਾ ਰਾਗ ਵਿੱਚ ਹੈ। ਭਗਤ ਜੀ ਦੀ ਬਾਣੀ ਨੂੰ ਆਪਾਂ ਸਮਝ ਤਾਂ ਸਕਦੇ ਹਾਂ, ਗੁਰੂ ਸਾਹਿਬ ਜੀ ਦਾ ਫੁਰਮਾਨ ਹੈ
कि अकाल पुरख वाहिगुरू की जिस जीव ते किरपा होवे, एको परमेश्वर है जिसका नाम सत है। गुर प्रसाद ਉਹਦੀ ਕਿਰਪਾ ਦੁਆਰਾ ਹੀ ਐਸਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ ਜੀਵਾਂ ਨੂੰ। ਵਾਹਿਗੁਰੂ ਜਦੋਂ ਕਿਰਪਾ ਕਰਦਾ ਹੈ, ਸੰਸਾਰ ਦੇ ਜੀਵਾਂ ਨੂੰ ਆਪਣੇ ਨੇੜੇ ਲਾਉਂਦਾ ਹੈ। ਪਾਵਨ ਬਚਨ ਭਗਤ ਜੀਆਂ ਦੇ ਨਿਕਲੇ ਹੋਏ ਮੁਖਾਰ ਬਿੰਦ ਤੋਂ ਸਾਨੂੰ ਸਮਝ ਆਉਂਦੀ ਹੈ ਕਿ ਭਗਤ ਜੀ ਬਚਨ ਕਰ ਰਹੇ ਨੇ ਕਿ ਜਿਨ੍ਹਾਂ ਦੇ ਅੰਦਰ ਹਿਰਦੇ ਦੇ ਵਿੱਚ ਜਿਹੜੇ ਦਿਲੋਂ ਮੁਹੱਬਤ ਪਰਮੇਸ਼ਰ ਨੂੰ ਕਰਦੇ ਨੇ, ਉਹ ਸੰਸਾਰ ਦੇ ਅੰਦਰ ਸੱਚੇ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਜਿਨ੍ਹਾਂ ਨੂੰ ਦਿਲੋਂ ਮੁਹੱਬਤ ਹੈ ਉਹ ਸੇਈ ਸੱਚੇ ਨੇ, ਉਹ ਸੱਚੇ ਨੇ ਸੰਸਾਰ ਅੰਦਰ। ਉਹ ਰੱਬ ਦੀ ਰਹਿਮਤ ਨੂੰ ਪ੍ਰਵਾਨਦੇ ਨੇ ਤੇ ਰੱਬ ਉਹਨਾਂ ਨੂੰ ਪ੍ਰਵਾਨ ਲੈਂਦਾ ਹੈ, ਆਪਣੇ ਨੇੜੇ ਭਾਵ ਕੇ ਲਾ ਲੈਂਦਾ ਹੈ। ਜਿਨ੍ਹਾਂ ਦੇ ਮਨ ਵਿੱਚ ਕੁਛ ਹੋਰ ਹੈ ਤੇ ਮੂੰਹ ਵਿੱਚ ਕੁਛ ਹੋਰ ਹੈ, ਉਹ ਕੱਚੇ ਨੇ। ਰੱਬ ਨੂੰ ਦਿਲੋਂ ਮੁਹੱਬਤ ਕਰਨ ਵਾਲੇ ਸੱਚੇ ਨੇ, ਤੇ ਜਿਹੜੇ ਮੂੰਹ ਦੇ ਉੱਤੋਂ ਗੱਲਾਂ ਅਸੀਂ ਚੰਗੀਆਂ ਚਾਰੀ ਬੁਰੀਆਂ ਵਾਲੇ ਨੇ, ਉਹਨਾਂ ਨੂੰ ਭਗਤ ਜੀ ਬਚਨ ਕਰਦੇ ਨੇ, ਉਹ ਕੱਚੇ ਨੇ। ਉਹ ਰੱਬ ਦੀ ਨੇੜਤਾ, ਰੱਬ ਦੀ ਰਹਿਮਤ ਨੂੰ ਨਹੀਂ ਪਾ ਸਕਦੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਉਹ ਕੱਚੇ ਨੇ। ਨਾਨਕ ਕਚੜਿਆਂ ਸਿਉ ਤੋੜ, ਟੂੜ ਸੱਜਣ ਸੰਤ ਪੱਕਿਆ। ਹੋਏ ਜੀਵਨ ਦੇ ਵਿਛੜੇ ਹੋਏ ਮੋਇਆ ਨਾ ਜਾਹੀਂ ਛੋੜ। ਕੱਚੇ ਰਸਤੇ ਵਿੱਚ ਅੱਧ ਵਾਟੇ ਹੀ ਸਾਥ ਛੱਡ ਕੇ ਤੁਰ ਜਾਂਦੇ ਐ, ਤੇ ਪੱਕੇ ਬਾਹੇ ਜਿਨ੍ਹਾਂ ਦੀ ਪਕੜੀ ਐ, ਸਿਰ ਦੀਜੇ ਬਾਹੇ ਨਾ ਛੋੜਿਓ। ਬਾਹ ਨਹੀਂ ਛੱਡਦੇ। ਪੱਕਿਆਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ, ਪੱਕਿਆਂ ਦੀ ਕੁਰਬਾਨੀ ਇਸ ਤਰ੍ਹਾਂ ਦੀ ਹੈ। ਆਓ ਪੱਕੇ ਹੋਣ ਦੀ ਕੋਸ਼ਿਸ਼ ਕਰੀਏ। ਐਸੇ ਪਿਆਰੇ ਭਗਤ ਜੀ ਦੇ ਬੋਲ ਸਾਡੇ ਹਿਰਦੇ ਵਿੱਚ ਵਸ ਜਾਣ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਨ੍ਹਾਂ ਦੇ ਅੰਦਰ ਇਸ਼ਕ ਜਾਗਿਆ ਹੈ ਉਸ ਪ੍ਰਭੂ ਨੂੰ ਪਾਉਣ ਦਾ, ਭਾਵ ਕਿ ਪਿਆਰ ਹੈ, ਪ੍ਰੇਮਾ ਭਗਤੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅੰਦਰੋਂ ਹਿਰਦੇ ਵਿੱਚੋਂ ਛੱਲਾਂ ਉੱਠ ਰਹੀਆਂ ਨੇ ਵਾਰ-ਵਾਰ ਪ੍ਰੇਮਾ ਭਗਤੀ ਦੀਆਂ ਕਿ ਰੱਬ ਦੇ ਦੀਦਾਰ ਕਰਨੇ ਨੇ। ਜਿਨ੍ਹਾਂ ਦੇ ਅੰਦਰ ਐਸੀ ਭਾਵਨਾ ਹੈ, ਐਸੇ ਰੱਬ ਨੂੰ ਮਿਲਣ ਦੇ ਚਾਹਵਾਨ ਨੇ, ਉਹਨਾਂ ਤੋਂ ਇਹ ਸਿੱਖਿਆ ਲੈ ਲਈਏ। ਉਹਨਾਂ ਦੇ ਬਚਨ ਕੀਤੇ ਨੇ ਰੱਬ ਦੇ ਪਿਆਰੇ ਭਗਤ ਜਨਾਂ ਨੇ। ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਉਹ ਲੋਕ ਧਰਤੀ ਦੇ ਉੱਤੇ ਭਾਰ ਬਣ ਕੇ ਪਏ ਹੋਏ ਨੇ। ਧਰਤੀ ਨੂੰ ਉਹਨਾਂ ਦਾ ਭਾਰ ਵਿਆਪਦਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਹੈ। ਐਸੇ ਸੰਸਾਰ ਦੇ ਅੰਦਰ ਬਹੁਤ ਜ਼ਿਆਦਾ ਮਿਲ ਜਾਂਦੇ ਹੈ ਜਿਹੜੇ ਕਦੇ ਰੱਬ ਦੀ ਗੱਲ ਸੁਣਦੇ ਹੀ ਨਹੀਂ। ਕਰਨੀ ਤਾਂ ਕੀ ਹੈ। ਜਿਨ੍ਹਾਂ ਨੇ ਰੱਬ ਨੂੰ ਵਿਸਾਰਿਆ, ਉਹ ਧਰਤੀ ਤੇ ਭਾਰ ਬਣ ਕੇ ਪਏ ਹੋਏ ਨੇ। ਮੁਖ ਤਲੈ ਪੈਰ ਉਪਰੈ ਵਸੰਦੋ, ਕੋਥੜੈ ਥਾਏ ਨਾਨਕ ਸੋ ਧਨੀ ਕਿਉਂ ਵਸਾਰੇ, ਉਧਰੈ ਜਿਸ ਦੇ ਨਾਏ। ਐਸੇ ਲੋਕ ਨੇ ਜਿਹਦਾ ਕਰਕੇ, ਜਿਹਦੀ ਕਿਰਪਾ ਕਰਕੇ ਮਾਂ ਦੇ ਗਰਭ ਚੋਂ ਤੂੰ ਬਾਹਰ ਆਇਆ ਹੈ। ਜਦੋਂ ਮੂੰਹ ਤੇਰਾ ਹੇਠਾਂ ਨੂੰ ਸੀ ਤੇ ਪੈਰ ਉੱਪਰ ਸੀ, ਉਸ ਨਰਕ ਕੁੰਡ ਵਿੱਚੋਂ ਤੈਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਬਾਹਰ ਮਨੁੱਖਾ ਸੋਹਣਾ ਜੀਵਨ ਦਿੱਤਾ ਹੈ। ਤੂੰ ਵਿਸਰ ਗਿਆ, ਧਰਤੀ ਤੇ ਭਾਰ ਬਣ ਗਿਆ। ਰਹਾਉ, ਰਹਾਉ ਦਾ ਵਿਸ਼ਰਾਮ ਲਾ ਕੇ ਸਾਹਿਬ ਭਗਤ ਬਾਬਾ ਫਰੀਦ ਜੀ ਬਚਨ ਕਰਦੇ ਹੈ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਆਪਣੇ ਦਰਵੇਸ਼ਾਂ ਨੂੰ, ਆਪਣੇ ਪਿਆਰਿਆਂ ਨੂੰ, ਜਿਨ੍ਹਾਂ ਦੇ ਜੀਵਨ ਦੇ ਅੰਦਰ ਰੱਬ ਦਾ ਪਿਆਰ
ਭਾਵ ਕੇ ਰੰਗ ਪ੍ਰਾਪਤ ਕਰਨ ਦੀ ਭਾਵਨਾ, ਤਾਂਘ ਹੈ, ਜਗਿਆਸਾ ਹੈ ਰੱਬ ਦੇ ਦੀਦਾਰ ਕਰਨ ਵਾਸਤੇ। ਐਸੇ ਦਰਵੇਸ਼ਾਂ ਨੂੰ ਪਰਮੇਸ਼ਰ ਲੜ ਲਾ ਲੈਂਦਾ ਹੈ, ਆਪਣਾ ਨਾਮ ਦਾਨ ਦਿੰਦਾ ਹੈ, ਆਪਣੇ ਵੱਲੋਂ ਪਿਆਰ ਦਿੰਦਾ ਹੈ, ਆਪਣਾ ਸਰੂਪ ਦਿੰਦਾ ਹੈ, ਆਪਣੇ ਵਰਗੇ ਚੰਗੇ ਗੁਣ ਦਿੰਦਾ ਹੈ, ਤੇ ਉਹ ਸਾਕਤਾਂ ਤੋਂ ਦੂਰ ਹੋ ਜਾਂਦੇ ਨੇ, ਰੱਬ ਦੇ ਟੁੱਟਿਆਂ ਤੋਂ ਦੂਰ ਹੋ ਜਾਂਦੇ ਨੇ। ਉਹਨਾਂ ਦੀ ਅਰਦਾਸ ਪ੍ਰਵਾਨੀ ਜਾਂਦੀ ਹੈ। ਬਿਗਨ ਨਾ ਕੋ ਲਾਗਤਾ, ਗੁਰ ਪਹੇ ਅਰਦਾਸ। ਗੁਰੂ ਦੇ ਅੱਗੇ ਅਰਦਾਸ ਜਦੋਂ ਕਰਦੇ ਆ ਤੇ ਉਹਨਾਂ ਨੂੰ ਵਿਘਨ ਨਹੀਂ ਕੋ ਲੱਗਦਾ ਕਿਸੇ ਪ੍ਰਕਾਰ ਦਾ। ਐਸੇ ਪਿਆਰੇ ਭਗਤਾਂ ਦੇ ਪਿਆਰੇ ਬੋਲ ਜਿਹੜੇ ਹੈ ਉਹ ਰੱਬ ਪ੍ਰਵਾਨ ਲੈਂਦਾ ਹੈ। ਐਸੇ ਦਰਵੇਸ਼ਾਂ ਨੂੰ ਰੱਬ ਦੇ ਘਰ ਪ੍ਰਵਾਨਗੀ ਮਿਲ ਜਾਂਦੀ ਹੈ। ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੀ। ਉਹ ਮਾਂ ਜਿਹਨੇ ਰੱਬ ਦੇ ਪਿਆਰਿਆਂ ਨੂੰ, ਭਗਤਾਂ ਨੂੰ, ਸੂਰਮਿਆਂ ਨੂੰ, ਦਾਨੀਆਂ ਨੂੰ ਜਨਮ ਦਿੱਤਾ ਹੈ, ਜਨਮ ਦੇਣ ਵਾਲੀ ਮਾਂ ਦਾ ਵੀ ਜੀਵਨ ਸਫਲ ਹੋ ਜਾਂਦਾ ਹੈ। ਜਿਨ੍ਹਾਂ ਦੀ ਕੁੱਖ ਤੋਂ ਜਨਮ ਲੈ ਕੇ ਐਸੇ ਸੰਸਾਰ ਦੇ ਅੰਦਰ ਸੂਰਬੀਰ, ਯੋਧੇ, ਦਾਤੇ, ਨਾਮ ਰਸੀਏ ਪੈਦਾ ਹੋਏ ਨੇ, ਉਹ ਮਾਂ ਦੀ ਕੁੱਖ ਸੁਲੱਖਣੀ ਹੋ ਗਈ। ਉਹ ਮਾਂ ਧਨਤਾ ਦੇ ਯੋਗ ਹੋ ਗਈ, ਉਹਦਾ ਜਨਮ ਸਫਲਾ ਹੋ ਗਿਆ, ਆਏ ਸਫਲ ਸੀ। ਉਹਨਾਂ ਰੱਬ ਦੇ ਪਿਆਰਿਆਂ ਦਾ ਵੀ ਜੀਵਨ ਸਫਲਾ ਹੋ ਗਿਆ, ਜਿਨ੍ਹਾਂ ਨੇ ਮਾਂ ਦੀ ਕੁੱਖ ਤੋਂ ਜਨਮ ਲੈ ਕੇ ਐਸੀ ਮਾਂ ਨੂੰ ਮਾਣ ਦਿਵਾਇਆ, ਹੱਥੀਂ ਕਿਰਤ ਕੀਤੀ, ਨਾਮ ਜਪਿਆ, ਦਾਨ ਕੀਤਾ, ਰੱਬ ਦੀ ਬੰਦਗੀ ਕੀਤੀ, ਆਪ ਜਪੈ ਅਵਰਾ ਨਾਮ ਜਪਾਵੈ, ਸੁਣਤ ਕਹਿਤ ਰਹਿਤ ਗਤ ਪਾਵੈ, ਸਾਰ ਪੂਤ ਸਤਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਓ। ਮਾਂ ਦਾ ਜਨਮ ਸਫਲਾ ਹੋਇਆ, ਉਸ ਰੱਬ ਦੇ ਪਿਆਰੇ ਭਗਤ ਦਾ, ਗੁਰਸਿੱਖ ਦਾ ਵੀ ਜਨਮ ਸਫਲਾ ਹੋਇਆ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ। ਪਰਵਦਗਾਰ ਦਾ ਅਰਥ ਹੈ ਪਾਲਣਹਾਰਾ, ਪ੍ਰਭੂ। ਅਪਾਰ, ਜਿਸ ਦੇ ਪਾਰਾਵਾਰ ਦਾ ਪਤਾ ਨਾ ਲੱਗੇ। ਅਗੰਮ ਬੇਅੰਤ ਤੂੰ, ਜਿਹੜਾ ਸਾਡੀ ਪਹੁੰਚ ਤੋਂ ਅੱਗੇ ਦੂਰ ਹੈ। ਸਾਡੀ ਪਹੁੰਚ ਇਸ ਤਰ੍ਹਾਂ ਨਹੀਂ ਹੋ ਸਕਦੀ ਜਿਸ ਤਰ੍ਹਾਂ ਅਸੀਂ ਕਰਨੀ ਚਾਹੁੰਦੇ ਹਾਂ। ਜੇ ਉਸ ਰੱਬ ਦੇ ਨਾਲ ਪਿਆਰ ਪਾਉਣਾ ਹੈ ਤੇ ਪਰਵਦਗਾਰ ਵਾਹਿਗੁਰੂ ਦੀ ਬੰਦਗੀ ਕਰਨੀ ਪਵੇਗੀ, ਜੀਵਨ ਨੂੰ ਸੁਤੰਤਰ ਕਰਨਾ ਪਵੇਗਾ, ਵਿਵੇਕ ਬੁੱਧ ਵਾਲਾ ਜੀਵਨ ਬਣਾਉਣਾ ਪਵੇਗਾ, ਦੁਨੀਆਦਾਰੀ ਤੋਂ ਉੱਪਰ ਉੱਠਣਾ ਪਵੇਗਾ, ਮਨ ਨੂੰ ਨੀਵਾਂ ਹੰਕਾਰ ਬੰਨਿਓ ਕਰਨਾ ਪਵੇਗਾ ਤੇ ਮੱਤ ਨੂੰ ਉੱਪਰ ਕਰਕੇ ਤੱਕਣਾ ਪਵੇਗਾ ਕਿ ਉਹ ਪਾਲਣਹਾਰ ਪਰਮੇਸ਼ਰ ਵਾਹਿਗੁਰੂ ਜਿਹੜਾ ਸਾਡੀ ਪਹੁੰਚ ਤੋਂ ਬਾਹਰ ਹੈ, ਦੂਰ ਹੈ, ਉਹਨੂੰ ਕਿਵੇਂ ਪਾਇਆ ਜਾਵੇ। ਉਹਦੇ ਮਿਲਣ ਵਾਸਤੇ ਸਾਨੂੰ ਆਪਣੇ ਜੀਵਨ ਦੇ ਅੰਦਰ ਇੱਕ ਇਸ਼ਕ, ਮੁਹੱਬਤ, ਪਿਆਰ ਰੱਬ ਪ੍ਰਤੀ ਪ੍ਰਾਪਤ ਕਰਨਾ ਪਵੇਗਾ, ਅੰਦਰੋਂ ਉਠਾਉਣਾ ਪਵੇਗਾ, ਜਗਿਆਸਾ ਦੇ ਨਾਲ, ਭਾਵਨਾ ਦੇ ਨਾਲ, ਸ਼ੁਭ ਕਰਮਾਂ ਦੇ ਨਾਲ। ਐਸੇ ਪਰਵਦਗਾਰ ਨੂੰ ਮਿਲਣ ਵਾਸਤੇ ਸਾਨੂੰ ਵਿਕਾਰਾਂ ਨੂੰ ਤਿਆਗਣਾ ਪਵੇਗਾ, ਸਾਨੂੰ ਆਲਸ ਤਿਆਗਣਾ ਪਵੇਗਾ, ਸਾਨੂੰ ਟੇਕ ਤੇ ਓਟ ਪਰਮੇਸ਼ਰ ਦੀ ਰੱਖਣੀ ਪਵੇਗੀ। ਐਸੇ ਪਿਆਰੇ ਜਨਾਂ ਦੀ ਭਗਤ ਜੀ ਗੱਲ ਕਰਦੇ ਹੈ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਜਿਨ੍ਹਾਂ ਤੇਰੇ ਪਿਆਰਿਆਂ ਨੇ, ਸੰਤਾਂ ਭਗਤਾਂ ਨੇ, ਗੁਰਸਿੱਖਾਂ ਨੇ ਤੈਨੂੰ ਪਛਾਣਿਆ, ਹੇ ਵਾਹਿਗੁਰੂ, ਮੈਂ ਉਹਨਾਂ ਦੇ ਪੈਰ ਵੀ ਚੁੰਮਾਂ ਤੇ ਮੈਂ ਉਹਨਾਂ ਦੇ ਮੂੰਹ ਵੀ ਚੁੰਮਾਂ। ਮੈਨੂੰ ਐਸੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਮੈਨੂੰ ਪਤਾ ਲੱਗ ਜੇ
मैं समझ लवां, मेरी समझ विचों आ जाण ਜਿਹੜੇ ਤੇਰੇ ਨਾਲ ਗਲਵੱਕੜੀ ਪਾ ਕੇ ਬੈਠੇ ਨੇ, ਜਿਨ੍ਹਾਂ ਦੇ ਅੰਦਰ ਤੈਨੂੰ ਮਿਲਣ ਦਾ ਇਸ਼ਕ ਪੈਦਾ ਹੋ ਗਿਆ ਏ, ਪਿਆਰ ਪੈਦਾ ਹੋ ਗਿਆ ਏ, ਤੇਰੇ ਨਾਮ ਦੇ ਵਿੱਚ ਆਪਣਾ ਜੀਵਨ ਰੰਗਣਾ ਚਾਹੁੰਦੇ ਨੇ। ਮੈਨੂੰ ਐਸੇ ਭਗਤਾਂ ਦੀ, ਐਸੇ ਸੰਤਾਂ ਮਹਾਂਪੁਰਸ਼ਾਂ ਦੀ, ਗੁਰਮੁਖ ਪਿਆਰਿਆਂ ਦੀ ਸੰਗਤ ਬਖਸ਼। ਮੈਂ ਉਹਨਾਂ ਦੇ ਚਰਨ ਚੁੰਮ ਲਵਾਂ, ਮੈਂ ਉਹਨਾਂ ਦਾ ਪਿਆਰਾ ਮੁਖੜਾ ਚੁੰਮ ਲਵਾਂ, ਜਿਹਦੇ ਵਿੱਚੋਂ ਤੇਰੀ ਹੀ ਬੰਦਗੀ ਨਿਕਲਦੀ ਹੈ, ਤੇਰਾ ਹੀ ਪਿਆਰ ਹੈ। ਮੈਨੂੰ ਐਸੀ ਵੱਡੀ ਉੱਚੀ ਸਾਫ ਸੁਥਰੀ ਸੋਹਣੀ ਸੋਚ ਵਾਲੇ ਆਪਣੇ ਪਿਆਰਿਆਂ ਦੇ ਦੀਦਾਰ ਬਖਸ਼ ਦੇ ਪਾਤਸ਼ਾਹ ਜੀ। ਮੈਂ ਤੇਰੇ ਦਰ ਦੇ ਉੱਤੇ ਖੜਾ ਹਾਂ, ਓਟ ਤੇਰੀ ਤੱਕ ਕੇ। ਤੂੰ ਬਖਸ਼ੰਦ ਪਿਤਾ ਹੈ, ਮੇਰੇ ਬੇਅੰਤ ਗੁਨਾਹਾਂ ਤੂੰ ਮੈਨੂੰ ਮਾਫ ਕਰ ਸਕਦਾ ਹੈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਮੈਂ ਤੇਰੀ ਓਟ ਧਾਰਨ ਕੀਤੀ ਹੈ, ਤੇਰੇ ਦਰ ਤੇ ਖੜਾ ਹਾਂ। ਮੇਰੇ ਜੀਵਨ ਦਾ ਭਾਂਡਾ ਖਾਲੀ ਹੈ, ਮੈਨੂੰ ਖੈਰ ਦੇ ਦੇ, ਮੇਰੇ ਤੇ ਰਹਿਮਤ ਕਰ ਦੇ। ਪਾਤਸ਼ਾਹ ਮੈਨੂੰ ਬੇਅੰਤ ਕੀਤੇ ਹੋਏ ਗੁਨਾਹਾਂ ਮਾਫ ਕਰਕੇ ਮੈਨੂੰ ਬਖਸ਼ ਲਾਇਆ, ਆਪਣੇ ਸ਼ਰਨ ਵਿੱਚ ਲਾਇਆ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਮੈਂ ਸ਼ੇਖ ਫਰੀਦ ਤੇਰੇ ਦਰ ਦੇ ਉੱਤੇ ਤੇਰੀ ਬੰਦਗੀ ਦੀ ਖੈਰ ਮੰਗਣ ਵਾਸਤੇ ਹੱਥ ਜੋੜੀ ਖੜਾ। ਮੇਰੇ ਜੀਵਨ ਦਾ ਭਾਂਡਾ ਜਿਹੜਾ ਹੈ ਨਾ, ਇਹਨੂੰ ਆਪਣੇ ਨਾਮ ਦੀ ਦਾਤ ਬਖਸ਼ ਕੇ ਭਰ ਦੇ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗਉ ਨੀਤਾ ਨੀਤ। ਤਉ ਦਰਸ਼ਨ ਕੀ ਕਰਉ ਸਮਾਏ, ਮੈਂ ਦਰ ਮੰਗਤ ਭਿਖਿਆ ਪਾਏ। ਪਾਤਸ਼ਾਹ, ਮੈਂ ਹੱਥ ਵਿੱਚ ਕਾਸਾ ਫੜਿਆ ਹੈ, ਜਿਸ ਤਰ੍ਹਾਂ ਇੱਕ ਭਿਖਾਰੀ ਨੇ ਫੜਿਆ ਹੈ। ਕਿਸੇ ਦੇ ਦਰ ਤੇ ਜਾ ਕੇ ਅਲਖ ਜਗਾਉਂਦਾ, ਉਹਦਾ ਕੁੰਡਾ ਖੜਕਾਉਂਦਾ ਹੈ, ਉਹ ਕੁਛ ਪਦਾਰਥ ਮੰਗਦਾ ਹੈ, ਉਹਨੂੰ ਲੋੜ ਹੈ। ਇਸੇ ਤਰ੍ਹਾਂ ਮੈਂ ਤੇਰੇ ਦਰ ਤੇ ਖੜਾ ਹਾਂ। ਮੇਰੇ ਹਿਰਦੇ ਰੂਪੀ ਜੋ ਕਾਸਾ ਭਾਂਡਾ ਹੈ, ਨਾਮ ਤੋਂ ਖਾਲੀ ਹੈ, ਇਹਦੇ ਵਿੱਚ ਨਾਮ ਪਾ ਦੇ। ਕਾਹਦਾ? ਬੰਦਗੀ ਦਾ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਕਿੰਨੇ ਸੋਹਣੇ ਬਚਨ ਭਗਤ ਜੀ ਨੇ ਆਪਣੇ ਮੁਖਾਰਬੰਦ ਤੋਂ ਕੀਤੇ ਤੇ ਮੰਗਿਆ ਨਾਮ ਹੈ। ਖੈਰ ਬੰਦਗੀ ਦੀ ਮੰਗੀ ਹੈ। ਖੈਰ ਕਰ ਦੇ, ਮਿਹਰ ਕਰ ਦੇ, ਰਹਿਮਤ ਕਰ ਦੇ ਮੇਰੇ ਹਿਰਦੇ ਰੂਪੀ ਭਾਂਡੇ ਵਿੱਚ, ਮੇਰੇ ਜੀਵਨ ਵਿੱਚ, ਮੇਰੀ ਜ਼ਿੰਦਗੀ ਵਿੱਚ, ਮੇਰੀ ਮੱਤ ਵਿੱਚ, ਮੇਰੀ ਸੋਚ ਵਿੱਚ ਆਪਣੀ ਬੰਦਗੀ ਦੀ ਖੈਰ ਪਾ ਦੇ। ਪਾਤਸ਼ਾਹ ਕਿਰਪਾ ਕਰ ਦੇ। ਭਗਤ ਜੀ ਨੇ ਸੋਹਣੇ ਬਚਨ ਰੱਬ ਨਾਲ ਮੁਖਾਪਤ ਕੀਤੇ ਹੈ, ਰੱਬ ਦੀ ਬੰਦਗੀ ਮੰਗੀ ਹੈ, ਰੱਬ ਤੋਂ ਰੱਬ ਦਾ ਪਿਆਰ ਮੰਗਿਆ ਹੈ। ਇਹ ਸੁਨੇਹਾ ਸਾਡੇ ਤੱਕ ਪਹੁੰਚਾਉਣ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਨਾਨਕ ਸਾਹਿਬ ਜੀ ਨੇ ਭਗਤ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਕੀਤਾ ਹੈ, ਸੁਭਾਏਮਾਨ ਕੀਤਾ ਹੈ ਕਿ ਸੰਸਾਰ ਦੀ ਕਲਿਆਣ ਹੋ ਸਕਦੀ ਹੈ। ਐਸੇ ਪਿਆਰੇ ਭਗਤਾਂ ਦੇ ਬੋਲ ਸਰਵਣ ਕਰਕੇ, ਕਮਾ ਕੇ ਜੀਵਨ ਬਦਲ ਜਾਂਦਾ ਹੈ। ਹਿੰਮਤ ਕਰਨੀ ਚਾਹੀਦੀ ਹੈ। ਇਹ ਮੇਰੇ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਦੀ ਪਿਆਰੀ ਸੋਚ ਹੈ, ਜਿਨ੍ਹਾਂ ਨੇ ਆਪ ਬੇਅੰਤ ਬਾਣੀ ਦਾ ਬੋਹਿਥਾ ਹੋਣ ਦਾ ਮਾਣ ਪ੍ਰਾਪਤ ਆਪਣੇ ਗੁਰੂ ਤੋਂ ਕੀਤਾ, ਆਪਣੇ ਅਮਰਦਾਸ ਗੁਰੂ ਸਾਹਿਬ ਜੀ ਤੋਂ ਪ੍ਰਾਪਤ ਕੀਤਾ। ਐਸੇ ਪਿਆਰ ਨੂੰ ਅੱਗੇ ਵੰਡਿਆ, ਜਿੱਥੇ ਭਗਤਾਂ ਨੂੰ ਲਿਆਂਦਾ,
ਉਹਨਾਂ ਦਾ ਉਪਦੇਸ਼, ਗੁਰੂ ਦਾ ਉਪਦੇਸ਼ ਇਕੱਠਾ ਕਰਕੇ ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਦੀ ਦਾਤ ਇੱਕ ਸਰੂਪ ਕਰ ਦਿੱਤਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਰੱਬ ਵਿੱਚ ਤੇ ਰੱਬ ਦੇ ਪਿਆਰਿਆਂ ਵਿੱਚ ਕੋਈ ਫਰਕ ਨਹੀਂ ਇੱਥੇ ਰਹਿ ਜਾਂਦਾ। ਜਦੋਂ ਅਸੀਂ ਦਿੱਤਾ ਹੋਇਆ ਪਿਆਰ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਭਗਤਾਂ ਤਾਈਂ, ਸਿੱਖਾਂ ਤਾਈਂ ਵੇਖਦੇ ਹਾਂ, ਅੱਜ ਵੀ ਦੇ ਰਹੇ ਆ, ਦਿੰਦੇ ਰਹਿਣਗੇ। ਭਗਤ ਜੀ ਦੇ ਪਾਵਨ ਬੋਲ ਧੁਰਕੀ ਬਾਣੀ ਦੇ ਸਰੂਪ ਵਿੱਚ ਸਾਡੇ ਤੱਕ ਗੁਰੂ ਨੇ ਕਿਰਪਾ ਕਰਕੇ ਪਹੁੰਚਾਏ। ਇਹ ਵੱਡੀ ਵਡਿਆਈ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ ਹੈ, ਜਿਨ੍ਹਾਂ ਨੇ ਸਭ ਸ਼੍ਰੇਣੀ ਦੇ ਲੋਕਾਂ ਨੂੰ ਬਰਾਬਰ ਦਾ ਪਿਆਰ ਤੇ ਮਾਣ ਦੇ ਕੇ ਜਗਤ ਦੇ ਵਿੱਚ ਹਰ ਇੱਕ ਦੇ ਨਾਲ ਸਾਂਝੀ ਸਾਂਝ ਪਾ ਕੇ ਹੀ ਪ੍ਰਗਟ ਕੀਤੇ ਐਸੇ ਬੋਲ। ਇਹ ਬਰਾਬਰ ਦਾ ਮਾਣ ਹੈ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ। ਬਾਬਾ ਫਰੀਦ ਜੀ ਮੁਸਲਮਾਨੀ ਮਤ ਦੇ ਧਾਰਨੀ ਸਨ, ਇਸਲਾਮ ਦੇ ਧਾਰਨੀ ਸਨ, ਜਿਨ੍ਹਾਂ ਦੇ ਪਿਆਰੇ ਬੋਲ ਗੁਰੂ ਸਾਹਿਬ ਜੀ ਨੂੰ ਲੱਗੇ। ਉਹਨਾਂ ਨੇ ਆਪਣੇ ਹਿਰਦੇ ਰੂਪੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਕਰ ਲਏ, ਰੱਖ ਲਏ। ਅੱਜ ਸਾਨੂੰ ਗੁਰੂ ਅਤੇ ਗੁਰੂ ਜੀ ਦੇ ਪਿਆਰੇ ਭਗਤਾਂ ਦੇ ਬੋਲ ਬਾਣੀ ਦੇ ਸਰੂਪ ਵਿੱਚ ਪ੍ਰਾਪਤ ਹੋ ਰਹੇ ਨੇ। ਆਪਾਂ ਆਓ ਇਹਨਾਂ ਬੋਲਾਂ ਨੂੰ ਹਿਰਦੇ ਵਿੱਚ ਵਸਾ ਕੇ ਰੱਬ ਕੋਲੋਂ ਆਪਾਂ ਵੀ ਉਹ ਰੱਬ ਦੀ ਪਿਆਰੀ ਦਾਤ ਮੰਗੀਏ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਗੁਰੂ ਦੇ ਰੰਗਾਂ ਨੂੰ ਪਾਉਣ ਵਾਸਤੇ, ਗੁਰੂ ਦੇ ਪਿਆਰ ਨੂੰ ਪਾਉਣ ਵਾਸਤੇ, ਗੁਰੂ ਦੀ ਰਹਿਮਤ ਨੂੰ ਪਿਆਉਣ ਵਾਸਤੇ ਆਪਾਂ ਵੀ ਇਸ ਤਰ੍ਹਾਂ ਅਰਦਾਸਾਂ ਕਰੀਏ ਜਿਵੇਂ ਪਿਆਰੇ ਭਗਤ ਜਨਾਂ ਨੇ ਕਰਕੇ ਉਸ ਰੱਬ ਦੀ ਪ੍ਰਾਪਤੀ ਕਰ ਲਈ ਹੈ। ਰੱਬ ਸਰੂਪ ਹੋ ਗਏ ਨੇ, ਮੁਕਤ ਹੋ ਗਏ ਨੇ, ਵਾਹਿਗੁਰੂ ਨਾਲ ਮਿਲਾਪ ਹੋ ਗਿਆ। ਗੁਰੂ ਕਿਰਪਾ ਕਰੇ, ਆਪਣੇ ਪਿਆਰਿਆਂ ਦੇ ਸਿਰ ਤੇ ਹੱਥ ਰੱਖੇ। ਜਿਸ ਵੀ ਭਾਵਨਾ ਕਰਕੇ ਇਸ ਸ਼ਬਦ ਨੂੰ ਜਾਣਨਾ ਚਾਹਿਆ ਹੈ ਗੁਰਮੁਖ ਪਿਆਰਿਆਂ ਨੇ, ਗੁਰੂ ਦੀ ਰਹਿਮਤ ਨੂੰ ਪਾਉਣਾ ਚਾਹਿਆ ਹੈ, ਗੁਰੂ ਸ਼ਬਦਾਂ ਦੇ ਕਾਰਜ ਰਸ ਕਰੇ। ਆਪਣੇ ਜਾਣ ਕੇ, ਆਪਣਾ ਪਰਿਵਾਰ ਜਾਣ ਕੇ ਸਤਿਗੁਰੂ ਜੀ ਹਮੇਸ਼ਾ ਵਾਸਤੇ ਗੁਰਸਿੱਖਾਂ ਦੇ ਸਿਰਾਂ ਤੇ ਮਿਹਰਾਂ ਦਾ ਹੱਥ ਰੱਖ ਕੇ ਆਪਣੇ ਆਪ ਲੀਏ ਲੜ ਲਾਏ, ਦਰ ਦਰਵੇਸ਼ ਸੇ, ਸਾਨੂੰ ਲੜ ਲਾ ਲਏ। ਸਤਿਗੁਰੂ ਕਿਰਪਾ ਕਰਨ, ਮਿਹਰਾਂ ਬਣਾਈ ਰੱਖਣ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੇ ਮਹਾਵਾਕਾਂ ਅਨੁਸਾਰ ਸਾਡੇ ਕੋਲੋਂ ਆਪਣੀ ਵਡਿਆਈ ਕਰਵਾ ਲੈਣ। ਪਰਵਦਗਾਰ ਅਪਾਰ ਅਗੰਮ ਬੇਅੰਤ, ਤੂੰ ਬੇਅੰਤ ਹੈ, ਸਾਨੂੰ ਪਾਲਣਹਾਰਾ ਹੈ, ਸਾਡੀ ਪਹੁੰਚ ਤੋਂ ਵੀ ਪਰਾ ਹੈ, ਸਮਰੱਥ ਹੈ। ਐਸੀਆਂ ਅਰਦਾਸਾਂ ਕਰੀਏ, ਤਰਲੇ ਲਈਏ, ਸਤਿਗੁਰੂ ਜੀ ਕਿਰਪਾ ਕਰਨਗੇ, ਰਹਿਮਤ ਕਰਨਗੇ। ਜੇ ਐਸੇ ਪਿਆਰੇ ਭਗਤਾਂ ਨੂੰ ਪਿਆਰ ਦੇ ਕੇ ਪਿਆਰੇ ਬਣਾਉਂਦਾ ਹੈ ਤੇ ਆਪਾਂ ਵੀ ਪਿਆਰੇ ਭਗਤਾਂ ਤੋਂ ਐਸੀਆਂ ਦਾਤਾਂ, ਐਸੇ ਪਿਆਰੇ ਬਚਨ ਸੁਣ ਕੇ ਅੰਦਰ ਜਗਿਆਸਾ ਬਣਾਈਏ ਰੱਬ ਨੂੰ ਪਾਉਣ ਦੀ। ਆਪਾਂ ਆਪਣੇ ਮੂਲ ਨੂੰ, ਆਪਣੇ ਜੀਵਨ ਨੂੰ, ਆਪਣੇ ਸਿਧਾਂਤ ਨੂੰ ਪਛਾਣੀਏ।